ਤੁਸੀਂ ਅੱਖੀਂ ਦੇਖਿਆ ਸਾਰਾ ਕੁਝ ਕਿਵੇਂ ਦਾ ਸਾਰਾ ਕੁਝ ਹੋ ਰਿਹਾ ਹਮਲੇ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਖਤਮ ਹੋਣ ਤੱਕ। 12-14 ਟੈਂਕ ਜਿਹੜੇ ਆ ਉਹ ਜਿਹੜੇ ਆ ਪ੍ਰਕਰਮਾਂ ਵਿੱਚ ਗਏ ਆ ਸਰਾਵਾਂ ਦੇ ਜਿਹੜੇ ਰਸਤੇ ਤੋਂ ਹੁੰਦੇ। ਉਦੋਂ ਸਾਡੇ ਨਾਲ ਇੱਕ ਗੱਲ ਕੀਤੀ ਗਈ ਕਿ ਤੁਹਾਡੇ ਧਰਮ ਨੂੰ, ਤੁਹਾਡੀ ਬੋਲੀ ਨੂੰ, ਤੁਹਾਡੇ ਪਹਿਰਾਵੇ ਨੂੰ ਇੱਕ ਵੱਖਰਾ ਅਸੀਂ ਜਿਹੜਾ ਦੇਵਾਂਗੇ। ਫੌਜ ਨੂੰ ਜਿਹੜੀ ਆਸ ਨਹੀਂ ਸੀ ਉਹ ਕੁਝ ਵਾਪਰਿਆ। ਸੋ ਇਹ ਲੜਾਈ ਜਿਹੜੀ ਹੈ ਇੱਕ ਜਜ਼ਬਾਤਾਂ ਦੀ ਅਤੇ ਇੱਕ ਕਿਰਾਏ ਦੇ ਜਾਂ ਤਨਖਾਹਦਾਰ ਸਿਪਾਹੀਆਂ ਦੇ ਖਿਲਾਫ ਸੀ, ਵਿਚਕਾਰ ਸੀ, ਜਿਹਦੇ ਨਾਲ ਜਿਹੜੇ ਜਜ਼ਬਾਤ ਆ ਉਹ ਹਮੇਸ਼ਾ ਆਪਣੇ ਆਪ ਦੇ ਭਰੂ। ਅੱਜ ਵੀ ਅਸੀਂ ਦੇਖਦੇ ਹਾਂ ਕਿ ਕਈ ਥਾਵਾਂ ਦੇ ਉੱਤੇ ਸਿੱਖਾਂ ਨਾਲ ਹਮਲੇ ਹੁੰਦੇ ਆ। ਇਹ ਸ਼ਿਲਾਂਗ ਦੇ ਵਿੱਚ ਹੋਇਆ, ਇਹ ਵੀ ਉਸੇ ਗੱਲ ਦਾ ਇੱਕ ਘਟਨਾਕ੍ਰਮ ਹੈ ਕਿ ਸਿੱਖਾਂ ਨੂੰ ਨਫ਼ਰਤ ਦੇ ਤੌਰ 'ਤੇ ਦੇਖਿਆ ਜਾਂਦਾ। ਸੋ ਇਹ ਮੈਂ ਸਮਝਦਾ ਕਿ ਇਹ ਮੁੱਢ ਜਿਹੜਾ ਕਾਂਗਰਸ ਨੇ ਤੋਰਿਆ, ਅਤੇ ਅੱਜ ਵੀ BJP ਦੀ ਸਰਕਾਰ ਆ ਜਿਹੜੀ ਉਹ ਚਾਹੁੰਦੀ ਆ ਕਿ ਸਿੱਖਾਂ ਨੂੰ ਕਿੱਸਾਧਾਰੀ ਹਿੰਦੂ ਪ੍ਰਚਾਰ ਕੇ ਉਹ ਇਹ ਗੱਲ ਚਾਹੁੰਦੀ ਆ ਕਿ ਸਾਡੇ ਨਾਲ ਜੁੜੇ ਰਹਿਣ। ਉਹਨੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿੱਖਾਂ ਨੂੰ ਮਾਰਾਂ, ਇੱਕ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਾਂ ਕਿ ਸਿੱਖਾਂ ਨੂੰ ਮਾਰ ਕੇ ਮੈਂ ਕਹਾਂ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਮੈਂ ਤੇ ਤੁਹਾਡੇ ਲਈ ਮੈਂ ਸਿੱਖਾਂ ਨੂੰ ਮਾਰਿਆ ਅਤੇ ਤੁਸੀਂ ਮੈਨੂੰ ਸਪੋਰਟ ਕਰੋ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਬਿੰਦਰਪਾਲ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਸਿੱਖ ਪੰਥ ਦੇ ਬੜੇ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕਈ ਵਾਰੀ ਖਾਸ ਗੱਲਬਾਤ ਕਰਨ ਦੀ ਲੋੜ ਪੈਂਦੀ ਹੈ। ਕੁਝ ਇਹੋ ਜਿਹੇ ਮੁੱਦੇ ਨੇ ਜੋ ਸਿੱਖ ਕੌਮ ਦੇ ਹਿਰਦਿਆਂ ਦੇ ਵਿੱਚ ਨਾਸੂਰ ਬਣ ਕੇ ਖੁੱਬੇ ਹੋਏ ਨੇ, ਅਤੇ ਕੁਝ ਇਹੋ ਜਿਹੇ ਮੁੱਦੇ ਨੇ ਜੋ ਨਿੱਤ ਦਰਪੇਸ਼ ਆਉਂਦੇ ਨੇ। ਇਹਨਾਂ ਤਮਾਮ ਮੁੱਦਿਆਂ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਗਰੇਵਾਲ ਜੀ। ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਜੂਨ 1984 ਦੇ ਨਾਲ ਸੰਬੰਧਿਤ। ਤੁਸੀਂ ਉਸ ਵੇਲੇ ਉੱਥੇ ਹਾਜ਼ਰ ਰਹੇ ਹੋ, ਤੁਸੀਂ ਉਸ ਜਿਹੜਾ ਸਾਰਾ ਵਾਕਿਆ ਉਹਦੇ ਗਵਾਹ ਦੇ ਤੌਰ 'ਤੇ ਵੀ ਰਹੇ ਹੋ, ਤੁਸੀਂ ਅੱਖੀਂ ਦੇਖਿਆ ਸਾਰਾ ਕੁਝ ਕਿਵੇਂ ਦਾ ਸਾਰਾ ਕੁਝ ਹੋ ਰਿਹਾ ਹਮਲੇ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਖਤਮ ਹੋਣ ਤੱਕ। ਬਿੰਦਰਪਾਲ ਜੀ, ਤੁਸੀਂ ਇੱਕ ਬਹੁਤ ਢੁਕਵਾਂ ਸ਼ਬਦ ਯੂਜ਼ ਕੀਤਾ, ਨਸੂਰ। ਜਿਹੜਾ ਸਿੱਖਾਂ ਦੇ ਹਿਰਦਿਆਂ 'ਤੇ ਇੱਕ ਬੜਾ ਵੱਡਾ ਨਸੂਰ ਬਣਿਆ ਹੈ ਜਿਹੜਾ ਸਮੇਂ-ਸਮੇਂ ਨਾਲ ਰਿਸਦਾ ਰਹਿੰਦਾ ਜੀ। ਚਾਹੇ ਅਸੀਂ ਜਿਹੜੀ ਬਲੂ ਸਟਾਰ ਦੀ ਯਾਦ ਮਨਾਉਂਦੇ ਹਾਂ, ਸਿੱਖਾਂ ਨਾਲ ਕੋਈ ਧੱਕੇਸ਼ਾਹੀ ਦੀ ਗੱਲ ਹੈ, ਸਿੱਖਾਂ ਨਾਲ ਵਿਤਕਰਿਆਂ ਦੀ ਗੱਲ ਹੈ, ਇਹ ਸਾਰੀਆਂ ਗੱਲਾਂ ਉਸ ਦਾ ਕਾਰਨ ਨੇ। ਇਹ ਬੜੀ ਇੱਕ ਡੂੰਘੀ ਸੋਚੀ ਸਮਝੀ ਅਤੇ ਯੋਜਨਾਬੱਧ ਸਾਜ਼ਿਸ਼ ਸੀ ਸਿੱਖਾਂ ਨੂੰ ਕੁਚਲਣ ਵਾਸਤੇ, ਸਿੱਖਾਂ ਨੂੰ ਦਬਾਉਣ ਵਾਸਤੇ। ਅਤੇ ਇਸ ਹਿੰਦੁਸਤਾਨ ਦੇ ਜਿਹੜੇ ਮੁਕਰੇ ਜਿਹੜੇ ਕਹਿ ਲਓ ਵੀ ਸਿਆਸਤਦਾਨ ਸੀ, ਉਹਨਾਂ ਵੱਲੋਂ ਉਪਜੀ ਇਹ ਜਿਹੜੀ ਇਹ ਸਿਆਸਤ ਸੀ, ਜਿਹਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸ਼ਾਇਦ ਸਿੱਖ ਜਿਹੜੇ ਆ ਦਬਾਉਣ ਨਾਲ, ਮਾਰਨ ਨਾਲ, ਡਰਾਉਣ ਨਾਲ, ਡਰਨ ਨਾਲ ਸ਼ਾਇਦ ਇਹ ਖਤਮ ਹੋ ਜਾਣਗੇ। ਪਰ ਉਹਨਾਂ ਨੇ ਪਿਛਲਾ ਇਤਿਹਾਸ ਸ਼ਾਇਦ ਨਹੀਂ ਸੀ ਪੜ੍ਹਿਆ, ਉਹ ਇਸ ਹਨੇਰੇ ਦੇ ਵਿੱਚੋਂ ਹੀ ਇਹ ਚੱਲਦੇ ਰਹੇ। ਇਹਦੇ ਪਿੱਛੇ ਜਿਹੜੀ ਬੜੀ ਵੱਡੀ ਇੱਕ ਜਿਹੜਾ ਕਾਰਨ ਸੀ ਕਿ ਉਹ ਇੰਦਰਾ ਗਾਂਧੀ ਆਪਣੇ ਆਪ ਨੂੰ ਇੱਕ ਬਹੁਤ ਮਜ਼ਬੂਤ ਲੀਡਰ ਦੇ ਤੌਰ 'ਤੇ ਸਮਝਦੀ ਸੀ, ਜਿਹੜੀ ਕਿ ਦੁਨੀਆ ਦੇ ਅੰਦਰ ਆਇਰਨ ਲੇਡੀ ਦੇ ਤੌਰ 'ਤੇ ਜਾਣੀ ਜਾਂਦੀ ਸੀ। ਉਹ ਆਪਦੇ ਛੜਯੰਤਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਪਦੇ ਸਿਆਸਤ ਤੌਰ 'ਤੇ ਉਹ ਆਪਣਾ ਆਧਾਰ ਗਵਾ ਬੈਠੀ। ਐਮਰਜੈਂਸੀ ਦਾ ਮੋਰਚਾ ਲੱਗਾ, ਉਸ ਤੋਂ ਬਾਅਦ ਬਹੁਤ ਮਾੜੇ ਹਾਲਾਤ ਹੋ ਗਏ। ਉਸ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਇਹ ਗੱਲ ਦੇਖੀ ਕਿ ਜਿਹੜੇ ਸਿੱਖ ਨੇ ਇਹ ਬੜੇ ਥੋੜ੍ਹੇ ਨੇ। ਉਹਨੇ ਇੱਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿੱਖਾਂ ਨੂੰ ਮਾਰਾਂ, ਇੱਕ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਾਂ ਕਿ ਸਿੱਖਾਂ ਨੂੰ ਮਾਰ ਕੇ ਮੈਂ ਕਹਾਂ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਮੈਂ ਤੇ ਤੁਹਾਡੇ ਲਈ ਮੈਂ ਸਿੱਖਾਂ ਨੂੰ ਮਾਰਿਆ ਅਤੇ ਤੁਸੀਂ ਮੈਨੂੰ ਸਪੋਰਟ ਕਰੋ, ਜਿਹਦਾ ਫਾਇਦਾ ਉਹਨੂੰ ਉਹਦੇ ਪੁੱਤਰ ਰਾਜੀਵ ਗਾਂਧੀ ਨੂੰ ਬੜੀ ਵੱਡੀ ਪੱਧਰ 'ਤੇ ਮਾਰਜਨ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਕੀਤਾ। ਮੈਂ ਗੱਲ ਉੱਥੇ ਲਿਆਉਣੀ ਚਾਹੁੰਦਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਨੇ ਇਸ ਧਰਮ ਯੁੱਧ ਮੋਰਚੇ ਵਿੱਚ ਆਪਣੀ ਸ਼ਮੂਲੀਅਤ ਕੀਤੀ, ਅਤੇ ਬਾਅਦ ਦੇ ਵਿੱਚ ਜਿਹੜੀ ਲੜਾਈ ਆ ਉਹਨਾਂ ਦੀ, ਉਹ ਲੜਾਈ ਉਹਨਾਂ ਦੀ ਕਿਸੇ ਆਪ ਦੀ ਸੱਤਾ 'ਤੇ ਹੋਣ ਦੀ ਲੜਾਈ ਨਹੀਂ। ਇੱਥੋਂ ਤੱਕ ਵੀ ਉਹ ਧਾਰਮਿਕ ਆਗੂ ਸਨ। ਇੱਥੋਂ ਤੱਕ ਵੀ ਗੱਲ ਆਈ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਤੌਰ 'ਤੇ ਵੀ ਉਹਨਾਂ ਨੇ ਆਪਣੇ ਆਪ ਨੂੰ ਨਹੀਂ ਸੀ ਪ੍ਰਵਾਨ ਕੀਤਾ। ਉਹਨਾਂ ਨੇ ਆਖਿਆ ਮੈਂ ਸੇਵਾਦਾਰ ਦੇ ਤੌਰ 'ਤੇ ਕੰਮ ਕਰਾਂਗਾ। ਪਰ ਕੀ ਆ ਵੀ ਮੌਕੇ ਦੀ ਸਿਆਸਤ ਨੇ ਇਸ ਗੱਲ ਦਾ ਬਣਤਰ ਇਸ ਤਰ੍ਹਾਂ ਦੀ ਬੁਣੀ ਕਿ ਸੰਤਾਂ ਨੂੰ ਇਸ ਤਰ੍ਹਾਂ ਦਾ ਪੇਸ਼ ਕਰ ਦਿੱਤਾ ਗਿਆ ਕਿ ਉਹ ਹਿੰਦੂ ਦੇ ਖਿਲਾਫ ਨੇ, ਹਿੰਦੂ ਨੂੰ ਮਾਰਦੇ ਨੇ। ਇਹ ਸਾਰੀਆਂ ਚੀਜ਼ਾਂ ਏਜੰਸੀਆਂ ਨੇ ਖੜੀਆਂ ਕੀਤੀਆਂ, ਉਦੋਂ ਦਾ ਵਿਕਾਊ ਮੀਡੀਆ ਸੀ ਉਹਨੇ ਖੜੀਆਂ ਕੀਤੀਆਂ। ਉਸ ਤੋਂ ਬਾਅਦ ਇਹ ਹਾਲਾਤ ਪੈਦਾ ਕੀਤੇ ਗਏ ਅਤੇ ਇਹ ਗੱਲ ਬਿਲਕੁਲ ਯੋਜਨਾਬੱਧ ਢੰਗ ਨਾਲ ਕੀਤੀ ਗਈ। ਅਤੇ ਦਿਨ ਵੀ ਉਹ ਚੁਣਿਆ ਗਿਆ ਜਿਸ ਦਿਨ 'ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਸ ਪੁਰਬ ਨੂੰ ਮਨਾਉਣ ਵਾਸਤੇ ਉੱਥੇ ਆਉਂਦੀ ਆ। ਅਸੀਂ 1 ਤਰੀਕ ਨੂੰ ਜਦੋਂ ਗੋਲੀ ਚੱਲਦੀ ਆ ਅਤੇ 2 ਤਰੀਕ ਨੂੰ, ਕਿਉਂਕਿ ਜਿਹੜੇ ਪਹਿਲਾਂ ਪ੍ਰੋਗਰਾਮ ਲੰਘੇ ਉਹ ਸੰਤਾਂ ਵੱਲੋਂ ਇੱਕ ਸੰਦੇਸ਼ ਸੀ, ਇੱਕ ਸਿੱਖ ਦੇ ਨਾਤੇ ਵੀ ਸੀ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਕਿਉਂਕਿ ਖਦਸ਼ਾ ਬਹੁਤ ਪਹਿਲਾਂ ਪ੍ਰਗਟ ਹੋ ਗਿਆ, ਤਾਂ ਉੱਥੇ ਜਿਹੜੇ ਅਸੀਂ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਅਸੀਂ ਜਾਵਾਂਗੇ।
ਸੋ ਅਸੀਂ ਨੌਜਵਾਨ ਸੀ, ਇੰਜੀਨੀਅਰਿੰਗ ਕਾਲਜ ਪੜ੍ਹਦੇ ਸੀ, ਅਤੇ ਸੰਤਾਂ ਦੀ ਉਸ ਲਹਿਰ ਦੇ ਨਾਲ ਅਸੀਂ ਮਨ ਤੌਰ 'ਤੇ ਜਿਹੜੇ ਉੱਥੇ ਜੁੜੇ ਹੋਏ ਸੀ। ਅਤੇ ਜਦੋਂ 1 ਤਰੀਕ ਦੀ ਗੋਲੀ ਚੱਲਦੀ ਆ, ਆਪ ਮੁਹਾਰੇ ਬਹੁਤ ਸਾਰੇ ਜਿਹੜੇ ਲੋਕ ਆ ਉੱਥੇ ਗਏ ਨੇ, ਅਤੇ ਉਹਨਾਂ ਵਿੱਚ ਅਸੀਂ ਵੀ ਸੀ। 2 ਤਰੀਕ ਦਾ ਕਰਫਿਊ ਸੀ, 3 ਤਰੀਕ ਨੂੰ ਉਹਨਾਂ ਨੇ ਖੋਲ੍ਹ ਦਿੱਤੀ। ਜਦ 3 ਤਰੀਕ ਨੂੰ ਇਹ ਪਤਾ ਲੱਗ ਗਿਆ ਸੀ, ਕਿਉਂਕਿ ਫੌਜ ਨੇ CRP ਦੀ ਜਗ੍ਹਾ ਲੈ ਲਈ, ਅਤੇ ਉਹ ਪਤਾ ਲੱਗ ਗਿਆ ਕਿ ਹਮਲਾ ਹੋ ਜਾਏਗਾ, ਤਾਂ ਫਿਰ ਜਿਸ ਕੰਮ ਲਈ ਅਸੀਂ ਆਏ ਸੀ ਫਿਰ ਅਸੀਂ ਉੱਥੇ ਹੀ ਰਹੇ। ਅਸੀਂ ਵੱਡੀ ਗਿਣਤੀ ਵਿੱਚ ਸਾਥੀ ਜਿਹੜੇ ਗਏ ਹੋਏ ਸੀ, ਅਤੇ ਉੱਥੇ ਰਹਿ ਕੇ ਉਸ ਸਮੇਂ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਰਹੇ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਡੇ ਜਨਰਲ ਸੈਕਟਰੀ ਜਾਂ ਪ੍ਰਧਾਨ ਸਾਹਿਬ ਭਾਈ ਅਮਰੀਕ ਸਿੰਘ ਜੀ, ਹਰਮਿੰਦਰ ਸਿੰਘ ਸੰਧੂ, ਉਹਨਾਂ ਦੇ ਨਾਲ ਅਸੀਂ ਉਸ ਸਮੇਂ ਦੇ ਵਿੱਚ ਉੱਥੇ ਹਾਜ਼ਰ ਰਹੇ। ਅਤੇ ਇਹ ਜਿਹੜਾ ਦੌਰ ਹੈ ਇਹ 4 ਤਰੀਕ ਨੂੰ ਸ਼ੁਰੂ ਹੋਇਆ। 6 ਤਰੀਕ ਨੂੰ ਟੈਂਕ ਇੰਟਰ ਕੀਤੇ ਨੇ। ਦੇਖੋ ਅੱਜ ਤੁਹਾਡੇ ਮਾਧਿਅਮ ਰਾਹੀਂ ਗਲੋਬਲ ਪੰਜਾਬ ਦੇ ਰਾਹੀਂ ਹੋਰ ਵੀ ਬੜੇ ਇਸ ਤਰ੍ਹਾਂ ਦੇ ਚੈਨਲ ਨੇ ਜਿਹੜੇ ਇਸ ਗੱਲ ਨੂੰ ਬੜਾ ਦਿਖਾਈ ਦੇ ਰਿਹਾ ਕਿ ਕੁਛ ਲੋਕਾਂ ਨੂੰ ਫੜਨ ਵਾਸਤੇ ਹਿੰਦੁਸਤਾਨ ਦੇ ਟੈਂਕ ਤੋਪ ਜਿਹੜੇ ਬਾਰਡਰ 'ਤੇ ਲੱਗਦੇ ਨੇ, ਜਿਹੜੇ ਦੁਸ਼ਮਣ ਦੇ ਨਾਲ, ਜਿਹੜੇ ਦੂਜੇ ਦੇਸ਼ਾਂ ਦੇ ਨਾਲ ਲੜਾਈ ਲੜਦੇ, ਉਹ ਟੈਂਕ ਤੋਪਾਂ ਨੂੰ ਕੀ ਜ਼ਰੂਰਤ ਪੈ ਗਈ ਹੈ ਕਿ ਇੱਕ ਦਰਬਾਰ ਸਾਹਿਬ ਦਾ ਇੱਕ ਬੜਾ ਛੋਟਾ ਜਿਹਾ ਏਰੀਆ ਉੱਥੇ ਟੈਂਕ ਤੋਪ ਚਾੜੇ ਜਾਣ। ਇਹ ਇਸ ਕਰਕੇ ਸੀ ਕਿ ਇੰਦਰਾ ਗਾਂਧੀ ਨੇ ਇਹ ਗੱਲ ਮੰਨੀ। ਅੱਜ ਦੇ ਤਰੀਕ ਦੇ ਵਿੱਚ ਤੁਸੀਂ ਦੇਖਿਆ ਹੋਣਾ ਬੜੀਆਂ ਐਸੀਆਂ ਗੱਲਾਂ ਆ ਰਹੀਆਂ ਨੇ, ਇਤਿਹਾਸਕ ਹਿਸਟਰੀ ਦੇ ਐਸੇ ਪੰਨੇ ਉਗੜ ਰਹੇ ਨੇ ਜਿਨ੍ਹਾਂ ਵਿੱਚ ਦਿਸਦਾ ਵਾ ਕਿ ਉਹਨੇ ਰਸ਼ੀਆ ਨਾਲ ਇਸ ਬਾਰੇ ਗੱਲ ਕੀਤੀ ਹੈ, ਇੰਗਲੈਂਡ ਦੇ ਨਾਲ ਗੱਲ ਕੀਤੀ ਆ। ਪਿਛਲੇ ਦਿਨੀ ਇੰਗਲੈਂਡ ਦੇ MP ਜਿਹੜੇ ਆ ਢੇਸੀ ਸਾਹਿਬ, ਜਿਨ੍ਹਾਂ ਨੇ ਇਹ ਗੱਲ ਦੱਸੀ ਆ ਕਿ ਜੇ ਇਸ ਤਰ੍ਹਾਂ ਦੀ ਗੱਲ ਵਾਪਰੀ ਆ ਤਾਂ ਅਸੀਂ ਇਸ ਗੱਲ ਵਾਸਤੇ ਅਸੀਂ ਗੱਲ ਚੁੱਕਾਂਗੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ ਇੱਕ ਬੜਾ ਯੋਜਨਾਬੱਧ ਸੀ ਅਤੇ ਵਾਕਈ ਇੱਕ ਨਸੂਰ ਆ। ਜਿਸ ਸਥਾਨ 'ਤੇ 4 ਵਰਨਾਂ ਤੋਂ 4 ਦਿਸ਼ਾਵਾਂ ਤੋਂ ਲੋਕ ਉੱਥੇ ਆਉਂਦੇ ਆ, ਉੱਥੇ ਸਕੂਨ ਮਿਲਦਾ, ਉਹਨਾਂ ਨੂੰ ਸਤਿਕਾਰ ਮਿਲਦਾ, ਉਹਨਾਂ ਨੂੰ ਪਿਆਰ ਮਿਲਦਾ, ਉਹਨਾਂ ਨੂੰ ਲੰਗਰ ਮਿਲਦਾ, ਅਤੇ ਇੱਕ ਚੰਗਾ ਜੀਵਨ ਜਿਉਣ ਦੀ ਇੱਕ ਸਿਧਾਂਤ ਮਿਲਦਾ। ਸਭੇ ਸਾਂਝੀ ਵਾਲਸਦਾਨ ਕੋਈ ਨਾ ਦੱਸੇ ਬਾਹਰ, ਜੋ ਸਿੱਖਾਂ ਦਾ ਇਹ ਸਿਧਾਂਤ ਹੈ। ਉਸ ਮੁਕੱਦਸ ਸਥਾਨ ਨੂੰ ਜਿਹੜਾ ਚੁਣਿਆ ਗਿਆ, ਬਹੁਤ ਇੱਕ ਮਾੜਾ ਅਤੇ ਘਿਨਾਉਣਾ ਵਰਤਾਰਾ ਸੀ ਜਿਹੜਾ ਕਿ ਸਿੱਖਾਂ ਦੇ ਮਨਾਂ 'ਤੇ ਅੱਜ ਵੀ ਜਿਉਂਦਾ, ਕਿਉਂਕਿ ਸਿੱਖਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਬਹੁਤ ਵੱਡਾ ਰੋਲ ਅਦਾ ਕੀਤਾ। ਅੱਜ ਮੈਂ ਇਸ ਨੂੰ ਲੰਬਾ ਨਹੀਂ ਲਿਜਾਣਾ ਚਾਹੁੰਦਾ। ਉਹਨਾਂ ਨੇ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਮੁੱਕਰ ਗਏ ਜਿਹੜੇ ਰਾਜਨੀਤਿਕ ਸੀ, ਉਹਨਾਂ ਦਾ ਇਹ ષਡਯੰਤਰ ਸੀ। ਗਾਂਧੀ, ਨਹਿਰੂ ਜਾਂ ਉਹਨਾਂ ਦੇ ਗਾਂ ਜਿਹੜੇ ਚਹੇਤੇ ਆ, ਉਹਨਾਂ ਨੇ ਸਿੱਖਾਂ ਨਾਲ ਵਾਅਦੇ ਕੀਤੇ ਅਤੇ ਮੁੱਕਰੇ। ਅਤੇ ਸੰਤਾਂ ਦੀ ਕੀ ਲੜਾਈ ਸੀ? ਸੰਤਾਂ ਦੀ ਉਹੀ ਗੱਲ ਸੀ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਸੀ, ਸੰਤ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਦੇ ਸੀ, ਚੰਡੀਗੜ੍ਹ ਦੀ ਗੱਲ ਕਰਦੇ ਸੀ। ਅਨੰਦਪੁਰ ਦੇ ਮਤੇ ਦੇ ਵਿੱਚ ਇਕੱਲਾ ਸਿੱਖਾਂ ਦੇ ਅਧਿਕਾਰ ਨਹੀਂ ਸੀ, ਕੁੱਲ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਫੈਡਰਲ ਸਿਸਟਮ ਦੀ ਗੱਲ ਕਰਦੇ ਸੀ। ਕੋਈ ਵੱਖਵਾਦ ਦੀ ਗੱਲ ਨਹੀਂ ਕੀਤੀ ਸੰਤਾਂ ਨੇ, ਕੋਈ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਸੰਤਾਂ ਨੇ, ਕੋਈ ਐਸੀ ਗੱਲ ਨਹੀਂ ਕੀਤੀ। ਪਰ ਉਹਨਾਂ ਨੂੰ ਇਸ ਤਰ੍ਹਾਂ ਦਾ ਪ੍ਰਚਾਰਿਆ ਗਿਆ ਤਾਂ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਮੈਂ ਤੁਹਾਨੂੰ ਬਚਾਉਣ ਵਾਸਤੇ ਇਹਨਾਂ ਨੂੰ ਮਾਰ ਰਹੀ ਹਾਂ। ਸੋ ਇਹ ਬਹੁਤ ਵੱਡਾ ਹਿੰਦੁਸਤਾਨ ਦੇ ਲੋਕਤੰਤਰ 'ਤੇ ਬਹੁਤ ਮਾੜਾ ਇੱਕ ਧੱਬਾ ਵਾ ਜਿਹੜਾ ਅੱਜ ਤੱਕ ਧੋਇਆ ਨਹੀਂ ਜਾ ਸਕਿਆ, ਕਿਉਂਕਿ ਹਿੰਦੁਸਤਾਨ ਦੇ ਕਾਨੂੰਨ ਨੇ ਵੀ ਜਾਂ ਹਿੰਦੁਸਤਾਨ ਦੇ ਰਾਜਨੀਤਿਕ ਲੋਕਾਂ ਨੇ ਵੀ ਉਹ ਇਸ ਗੱਲ ਦਾ ਨਿਆਂ ਨਹੀਂ ਕੀਤਾ। ਅੱਜ ਵੀ 34 ਸਾਲ ਤੋਂ ਬਾਅਦ ਉਹ ਜ਼ਖਮ ਇਸੇ ਤਰ੍ਹਾਂ ਹੀ ਅੱਲਾ ਵਾ। ਸੋ ਮੈਂ ਤਾਂ ਇਹ ਗੱਲ ਦੱਸਣੀ ਚਾਹੁੰਦਾ ਕਿ ਉਸ ਦੌਰ ਦੇ ਵਿੱਚੋਂ ਸਿੱਖਾਂ ਦੀ ਮਾਨਸਿਕਤਾ ਜਿਹੜੀ ਹੈ ਅੱਜ ਵੀ ਉੱਥੇ ਹੀ ਹੈ। ਤੁਹਾਡੇ ਗੱਲ ਕਹੀ ਹੋਈ ਗੱਲ ਦੇ ਮੁਤਾਬਕ ਮੈਂ ਕਹਿਣਾ ਕਿ ਜਿਹੜਾ ਨਸੂਰ ਹੈ ਵਾਕਈ ਇੱਕ ਸਿੱਖਾਂ 'ਤੇ ਐਬੋਲੀਸ਼ਨ ਬਲੂਸ ਦਾ ਨਸੂਰ ਹੈ ਜਿਹੜਾ ਅੱਜ ਵੀ ਉਸ ਤਰ੍ਹਾਂ ਦਿਸਦਾ ਜੀ। ਤੁਸੀਂ ਗੱਲ ਕੀਤੀ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਵੱਲੋਂ ਕਦੇ ਵੀ ਖਾਲਿਸਤਾਨ ਦੀ ਜਿਹੜੀ ਮੰਗ ਨਹੀਂ ਕੀਤੀ ਗਈ, ਪਰ ਖਾਲਿਸਤਾਨ ਦੇ ਝੰਡੇ ਦੇ ਹੇਠਾਂ ਪੂਰੇ ਜਿਹੜੇ ਸਿੱਖ ਮਤਲਬ ਜਿਹੜੇ ਇੱਕ ਐਕਸਟ੍ਰੀਮਿਸਟ ਹੈਗੇ ਨੇ, ਵੱਖਵਾਦੀ ਹੈਗੇ ਨੇ, ਦੇਸ਼ ਤੋਂ ਲੈ ਕੇ ਵਿਦੇਸ਼ਾਂ ਦੇ ਵਿੱਚ ਉਹ ਖਾਲਿਸਤਾਨ ਦੇ ਝੰਡੇ ਦੀ ਗੱਲ ਕਰਦੇ ਨੇ। 2020 ਦਾ ਰੈਫਰੈਂਡਮ ਦੀ ਵੀ ਗੱਲ ਕੀਤੀ ਜਾ ਰਹੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਇਹ ਗੱਲ ਕਰਦਾ ਕਿ ਇੱਕ ਦੇਸ਼ ਦੀ ਆਜ਼ਾਦੀ ਵੇਲੇ ਸਿੱਖਾਂ ਦਾ ਰੋਲ ਸੀ। ਉਦੋਂ ਸਾਡੇ ਨਾਲ ਇੱਕ ਗੱਲ ਕੀਤੀ ਗਈ ਕਿ ਤੁਹਾਡੇ ਧਰਮ ਨੂੰ, ਤੁਹਾਡੀ ਬੋਲੀ ਨੂੰ, ਤੁਹਾਡੇ ਪਹਿਰਾਵੇ ਨੂੰ ਇੱਕ ਵੱਖਰਾ ਅਸੀਂ ਜਿਹੜਾ ਦੇਵਾਂਗੇ, ਜਗ੍ਹਾ ਦੇਵਾਂਗੇ, ਤੁਹਾਡਾ ਸਤਿਕਾਰ ਦੇਵਾਂਗੇ। ਤਾਂ ਹੀ ਸਿੱਖਾਂ ਦੇ ਲੀਡਰਾਂ ਨੇ, ਹਾਲਾਂਕਿ ਬਹੁਤ ਵੱਡੀ ਗਲਤੀ ਸੀ, ਮੈਂ ਉਹਨੂੰ ਜਸਟੀਫਾਈ ਨਹੀਂ ਕਰਦਾ, ਉਹ ਬੜੀ ਵੱਡੀ ਗਲਤੀ ਸੀ, ਪਰ ਫਿਰ ਵੀ ਸਿੱਖਾਂ ਨੇ ਇਸ ਗੱਲ ਦਾ ਫੈਸਲਾ ਕੀਤਾ। ਉਸ ਗੱਲ ਨੂੰ ਅੱਗੇ ਪੰਜਾਬ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕੀਤਾ, ਪੰਜਾਬ ਨੂੰ ਬੋਲੀ ਦੇ ਆਧਾਰ 'ਤੇ ਛੋਟਾ ਕਰਤਾ, ਪੰਜਾਬ ਨੂੰ ਸੂਬੇ ਦੇ ਆਧਾਰ 'ਤੇ, ਪੰਜਾਬ ਦੇ ਜਿਹੜੇ ਦੇਖੋ ਕਿੱਡਾ ਵੱਡਾ ਇੱਕ ਜ਼ੁਲਮ ਹੈ ਕਿ ਜਿਸ ਰਿਪੇਰੀਅਨ ਕਾਨੂੰਨ ਜਿਹੜਾ ਦੁਨੀਆ ਦੇ ਵਿੱਚ ਲਾਗੂ ਆ, ਅਤੇ ਉਹ ਕਹਿੰਦਾ ਜਿਸ ਸੂਬੇ ਦੇ ਵਿੱਚ ਦੀ ਦਰਿਆ ਲੰਘਦੇ ਪਾਣੀਆਂ ਦਾ ਹੱਕ ਆ, ਸਾਡੇ ਪਾਣੀਆਂ ਦਾ ਸਾਡਾ ਹੱਕ ਨਹੀਂ। ਇਹ ਕੀ ਹਿੰਦੁਸਤਾਨ ਦੇ ਵਿੱਚ ਜ਼ਮੀਨ ਦੀ ਘਾਟ ਸੀ, ਜਗ੍ਹਾ ਦੀ ਘਾਟ ਸੀ ਕਿ ਚੰਡੀਗੜ੍ਹ ਬਣਾ ਦਿੱਤਾ ਗਿਆ, ਉਹ ਸੂਬਾ ਦੂਜਾ ਵੀ ਨਾਲ ਕਰ ਦਿੱਤਾ ਗਿਆ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਇੱਕ ਵੱਡਾ ਇੱਕ ਦੌਰ ਸੀ ਕਿ ਪੰਜਾਬ ਨੂੰ ਕਮਜ਼ੋਰ ਕਰੋ, ਕਿ ਪੰਜਾਬ ਨੂੰ ਕਮਜ਼ੋਰ ਕਰਾਂਗੇ ਸਿੱਖ ਕਮਜ਼ੋਰ ਹੋਣਗੇ। ਸੋ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਿੱਖ ਦਾ ਜਿਹੜਾ ਸਿਧਾਂਤ ਹੈ ਉਹ ਭੈ ਕਾਊਂ ਕੋ ਦੇ ਤਨਾ ਨਹਿ ਪੈ ਮਾਨਤਾਨ ਦੀ ਗੱਲ ਕਰਦਾ ਹੈ। ਸੋ ਜਿਹੜੀ ਤੁਸੀਂ ਅੱਜ ਗੱਲ ਕਰਦੇ ਹੋ, ਸੰਤਾਂ ਨੇ ਭਾਵੇਂ ਇਹ ਗੱਲ ਕਹੀ ਨਹੀਂ ਸੀ, ਪਰ ਉਹਨਾਂ ਨੇ ਗੱਲ ਕਹੀ ਸੀ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਤਾਂ ਇਸ ਤਰ੍ਹਾਂ ਦਾ ਵਰਤਾਰਾ ਵਾਪਰੇਗਾ। ਸੋ ਉਸ ਤਰ੍ਹਾਂ ਦਾ ਵਰਤਾਰਾ ਵਾਪਰਿਆ। ਇਹ ਗੱਲ ਨਹੀਂ ਕਿ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਤੁਸੀਂ ਦੇਖਦੇ ਹੋ ਸੰਘਰਸ਼ ਦੇ ਵੱਖਰੇ ਵੱਖਰੇ
ਜਿਹੜੇ ਪਹਿਲੂ ਹੁੰਦੇ ਨੇ। ਕੋਈ ਲੋਕ ਨਰਮ ਦਲ ਦੇ ਨਾਲ ਚੱਲਦੇ ਆ, ਕੋਈ ਹੋਰ ਤਰ੍ਹਾਂ ਚੱਲਦੇ ਆ, ਕੋਈ ਇਸ ਤਰ੍ਹਾਂ ਦੀ ਸੇਵਾ ਕਰਦੇ ਆ। ਸੋ ਸਿੱਖਾਂ ਨਾਲ ਹੋਏ ਧੱਕੇ ਦੇ ਖਿਲਾਫ ਜਿਹੜਾ ਇੱਕ ਵੱਖਰਾ ਸੰਘਰਸ਼ ਆ, ਜਿਹੜੇ ਹਥਿਆਰਬੰਦ ਲੋਕ ਨੇ ਉਹ ਉਸ ਤਰ੍ਹਾਂ ਲੜਾਈ ਲੜਦੇ ਨੇ, ਕੋਈ ਹੋਰ ਉਸ ਤਰ੍ਹਾਂ ਲੜਾਈ ਲੜਦੇ ਨੇ, ਕੋਈ ਵਿਚਾਰਧਾਰਕ ਲੜਾਈ ਲੜਦਾ। ਸੋ ਇਸ ਤਰ੍ਹਾਂ ਦੀ ਲੜਾਈ ਜਿਹੜੀ ਆ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਜਦੋਂ ਹੱਕਾਂ ਦੀ ਲੜਾਈ ਚੱਲਦੀ ਆ, ਉਹਦੇ 'ਚ ਵੱਖਰੇ ਜਿਹੜੇ ਗਰੁੱਪ ਨੇ ਉਹ ਆਪਣੀ ਜਿਹੜੀ ਲੜਾਈ ਲੜਦੇ ਆ। ਇਸ ਤਰ੍ਹਾਂ ਜਿਹੜੇ ਬਾਹਰ ਬੈਠੇ ਜਾਂ ਰੈਫਰੈਂਡਮ ਵਾਲੇ ਜਿਹੜੇ ਲੋਕ ਨੇ ਉਹ ਵੀ ਸਿੱਖੀ ਦੇ ਮੂਲ ਭਾਵਨਾ ਲਈ ਲੜਾਈ ਲੜਦੇ ਆ, ਜਿਹਦਾ ਕਿ ਸਿੱਖਾਂ ਨਾਲ ਧੱਕਾ ਹੋਇਆ ਉਹਦੇ ਖਿਲਾਫ ਇੱਕ ਆਵਾਜ਼ ਉੱਠਣੀ ਜਿਹੜੀ ਹੈ ਉਹ ਜਿਹੜੀ ਆ ਸੁਭਾਵਿਕ ਹੀ ਸੀ। ਤੇ ਇਹਦੇ ਨਾਲ ਹੀ ਮਿਲਦਾ ਜੁਲਦਾ ਸਵਾਲ ਕਿ ਤੁਸੀਂ ਉਸ ਟਾਈਮ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਰਹੇ, ਤੁਹਾਡੀ 7 ਜੂਨ ਨੂੰ ਤੁਹਾਡੇ ਮੁਤਾਬਿਕ ਤੁਹਾਡੀ ਅਰੈਸਟ ਹੁੰਦੀ ਹੈ। ਤੁਹਾਡੇ ਨਾਲ ਹੋਰ ਕਿਹੜੇ ਇਹੋ ਜਿਹੇ ਬੰਦੇ ਸੀ ਜਿਹੜੇ ਉਸ ਦੇ ਮੌਜੂਦ ਸੀ ਜਿਨ੍ਹਾਂ ਦੀ ਗ੍ਰਿਫਤਾਰੀ ਤੁਹਾਡੇ ਨਾਲ ਹੋਈ? ਇਹ ਹੈ ਕਿ ਸਾਰੇ ਪਾਸਿਆਂ ਤੋਂ ਜਿਹੜਾ ਜਦੋਂ ਘੇਰਾ ਪੈ ਗਿਆ, ਜਿਹੜਾ ਅਕਾਲ ਤਖ਼ਤ ਸਾਹਿਬ ਦਾ ਕੰਟੈਕਟ ਆ ਉਹ ਸਰਾਵਾਂ ਵਾਲੀ ਸਾਈਡ ਸਮੁੰਦਰੀ ਹਾਲ ਇਹਦੇ ਨਾਲੋਂ ਟੁੱਟ ਗਿਆ, ਫੌਜੀ ਟੈਂਕ ਜਿਹੜੇ ਐਂਟਰ ਕਰ ਗਏ। ਤਾਂ ਫਿਰ ਜਿਹੜਾ ਸਰਾਂ ਵਾਲਾ ਹਿੱਸਾ ਸੀ ਉਹਦੇ ਵਿੱਚ ਅਸੀਂ ਸੀ ਸਾਰੇ ਸਿੱਖ ਫੈਡਰੇਸ਼ਨ ਨਾਲ ਸੰਬੰਧਿਤ ਜਿਹੜੇ ਨੌਜਵਾਨ ਉੱਥੇ ਸੀ। ਉੱਥੋਂ ਫਿਰ ਸਾਰੇ ਫੌਜ ਜਦੋਂ ਐਂਟਰ ਕਰ ਗਈ ਫਿਰ ਉੱਥੇ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਡੇ ਨਾਲ ਸਮੁੰਦਰੀ ਹਾਲ ਸੀ, ਜਿੱਥੇ ਸਮੁੰਦਰੀ ਹਾਲ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਸੀ ਉੱਥੇ, ਜਾਂ ਉਹਨਾਂ ਦੇ ਨਾਲ ਗੁਰਚਰਨ ਸਿੰਘ ਟੌਹੜਾ ਸੀ। ਉਹਨਾਂ ਨੂੰ ਰਾਤ ਨੂੰ ਜਦੋਂ ਉੱਧਰ ਅਕਾਲ ਤਖ਼ਤ ਸਾਹਿਬ ਵੱਲ ਸਾਰਾ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਆਪਰੇਸ਼ਨ ਹੈ ਉਸ ਗੱਲ ਨੂੰ ਸਿਖਰ 'ਤੇ ਲੈ ਗਏ। ਉਦੋਂ ਬਾਅਦ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ, ਪਹਿਲਾਂ ਲੀਡਰ ਸਾਹਿਬਾਨ ਨੂੰ ਬਾਹਰ ਕੱਢਿਆ ਗਿਆ, ਉਸ ਤੋਂ ਬਾਅਦ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਕੱਢਿਆ ਗਿਆ, ਉਸ ਤੋਂ ਬਾਅਦ ਹੋਰਾਂ ਨੂੰ ਕੱਢਿਆ ਗਿਆ। ਅਤੇ ਸਭ ਤੋਂ ਪਹਿਲਾਂ ਲਾਸ਼ਾਂ ਜਿਹੜੀਆਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਉੱਥੇ ਦੇ ਬੱਚੇ, ਬਜ਼ੁਰਗ, ਬੀਬੀਆਂ ਜਿਹੜੇ ਕਿ ਆਣਿਆਂ ਹੀ ਮੌਤ ਮਾਰੇ ਗਏ, ਜਿਹੜੇ ਕਿ ਫੌਜ ਨੇ ਬਹੁਤ ਮਾੜੇ ਢੰਗ ਤਰੀਕੇ ਨਾਲ ਜਿਵੇਂ ਮਾਰਿਆ, ਉਹਨਾਂ ਦੀਆਂ ਲਾਸ਼ਾਂ ਪਹਿਲਾਂ ਉੱਥੇ ਕੱਢੀਆਂ ਗਈਆਂ। ਬਹੁਤ ਮਾੜਾ ਮੰਜ਼ਰ ਸੀ ਉਸ ਸਰਾਂ ਦੇ ਅੰਦਰ, ਜਿਹੜਾ ਜਦੋਂ 4 ਤਰੀਕ ਨੂੰ ਆਪਰੇਸ਼ਨ ਬਲੂ ਸਟਾਰ ਹੁੰਦਾ ਅਤੇ ਸਭ ਤੋਂ ਪਹਿਲਾਂ ਗੋਲਾ ਉਹਨਾਂ ਨੇ ਟੈਂਕੀ ਵਾਲੀ ਪਾਣੀ ਵਾਲੀ ਟੈਂਕੀ ਵਿੱਚ ਮਾਰਿਆ ਅਤੇ ਉਹ ਟੈਂਕੀ ਸਾਰੀ ਖਾਲੀ ਹੋ ਗਈ ਅਤੇ ਉਹਦਾ ਜਿਹੜਾ ਪਾਣੀ ਸੀ ਉਹ ਉਹਦੇ ਸਰਾਂ ਦੇ ਵਿਚਕਾਰਲੇ ਵਿਹੜੇ ਸੀ। ਅਤੇ ਜਦੋਂ ਗੋਲੀ ਚੱਲੀ ਆ ਅਤੇ ਘੱਟੋ ਘੱਟ ਇੱਕੋ ਵਾਰੀ 'ਚ ਮਤਲਬ 600-700 ਜਾਂ 800 ਦੇ ਕਰੀਬ ਜਿਹੜੇ ਉੱਥੇ ਬੱਚੇ ਬੀਬੀਆਂ ਸਾਰੇ ਉੱਥੇ ਮਾਰੇ ਗਏ। ਉਹ ਇੱਕ ਲਹੂ ਦਾ ਛੱਪੜ ਜਿਹੜਾ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਆ, ਜਿਹੜਾ ਭੁੱਲਣ ਵਾਲੀ ਗੱਲ ਨਹੀਂ। ਇੱਕ ਮਿੱਝ ਦੇ ਲਹੂ ਦਾ ਛੱਪੜ ਉੱਥੇ ਉੱਥੇ ਦਿਖਾਈ ਦਿੰਦਾ ਸੀ। ਉੱਥੇ ਲਾਸ਼ਾਂ ਉੱਦਾਂ ਹੀ ਪਈਆਂ ਸੀ, ਜਿਹੜੀਆਂ ਲਾਸ਼ਾਂ ਉਹਦੇ ਟਰੱਕਾਂ 'ਚ ਪਾ ਕੇ ਲੈ ਕੇ ਗਏ ਆ, ਜਿਹੜੇ ਬਾਅਦ 'ਚ ਤੁਸੀਂ ਤਸਵੀਰਾਂ ਰਾਹੀਂ ਵੀ ਇਹ ਗੱਲ ਦੇਖੀ ਆ। ਅਤੇ ਸਾਨੂੰ ਉੱਥੋਂ 7 ਨੂੰ ਪਹਿਲਾਂ ਲੀਡਰ ਜਿਹੜੇ ਗਏ ਆ, ਉਸ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਕੇ ਫੌਜੀ ਜਿਹੜਾ ਕੈਂਪ ਇਹਨਾਂ ਦੀ ਛਾਉਣੀ ਦੇ ਵਿੱਚ ਸਕੂਲ ਸੀਗਾ ਇੱਕ, ਉਹ ਸਕੂਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਲੈ ਕੇ ਗਏ। ਤੁਸੀਂ ਗੱਲ ਕੀਤੀ ਹੈ ਦਰਬਾਰ ਸਾਹਿਬ ਦੇ ਉੱਤੇ ਜਿਹੜੀ ਟੈਂਕਾਂ ਦੀ ਐਂਟਰੀ ਹੁੰਦੀ ਹੈ, ਟੈਂਕ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਲੈ ਕੇ ਜਾਏ ਗਏ। ਜਨਰਲ ਕੁਲਦੀਪ ਬਰਾੜ ਹੋਰਾਂ ਦਾ ਹੀ ਇੱਕ ਕਹੀ ਗੱਲ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ ਪਹਿਲਾਂ ਇਸ ਤੋਂ ਕਿ ਟੈਂਕ ਉੱਥੇ ਹਦੂਦ ਦੇ ਵਿੱਚ ਲਿਜਾਏ ਜਾਣਗੇ, ਪਰ ਹਾਲਾਤ ਇਹੋ ਜਿਹੇ ਬਣ ਗਏ ਉਹਨਾਂ ਨੂੰ ਮਜਬੂਰ ਹੋਣਾ ਪਿਆ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਕਿ ਮਜਬੂਰੀ ਸੀ? ਨਹੀਂ, ਮਜਬੂਰੀ ਤਾਂ ਮੈਂ ਤੁਹਾਨੂੰ ਦੱਸਿਆ ਕਿ ਮਜਬੂਰੀ ਹੋਣ ਦਾ ਤਾਂ ਮਤਲਬ ਹੀ ਕੋਈ ਨਹੀਂ। ਅੰਦਰ ਕਿੰਨੇ ਕੁ ਹਥਿਆਰ ਸੀ, ਅੰਦਰ ਸਿਰਫ ਤੇ ਅੰਦਰ ਤੇ ਬਾਹਰ ਦਾ ਸਿਰਫ ਇਹ ਫਰਕ ਸੀ ਕਿ ਅੰਦਰ ਬੈਠੇ ਜਿਹੜੇ ਸਿੱਖ ਸੀ ਉਹ ਆਪਣੇ ਗੁਰਧਾਮ ਦੀ ਰਾਖੀ ਵਾਸਤੇ ਆਪਣੀ ਜਾਨ ਤਲੀ ਤੇ ਰੱਖੇ ਸੀ। ਜਿਹੜਾ ਸਿੱਖਾਂ ਦਾ ਇਤਿਹਾਸ ਆ, ਜਿਉਂਦਾ ਇਤਿਹਾਸ ਇਸੇ ਕਰਕੇ ਕਿਹਾ ਜਾਂਦਾ ਨਾ ਕਿ ਬਾਬਾ ਦੀਪ ਸਿੰਘ ਹੋਣਾ ਨੇ ਜਿਹੜੀ ਲੜਾਈ ਲੜੀ, ਬਾਬਾ ਗੁਰਬਖਸ਼ ਸਿੰਘ ਹੋਣਾ ਨੇ ਲੜਾਈ, ਕਿ ਸਿੱਖਾਂ ਨੇ ਆਪਣੇ ਗੁਰਧਾਮਾਂ ਦੀ ਰਾਖੀ ਅਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਿਰਫ ਗੱਲ ਇੰਨੀ ਸੀ ਕਿ ਜਿਹੜੇ ਇੱਧਰ ਸਿੱਖ ਸੀ ਹਥਿਆਰ ਬੜੇ ਥੋੜ੍ਹੇ ਸੀ ਉਹਨਾਂ ਕੋਲੇ, ਫੌਜ ਦਾ ਜਾਂ CRP ਦਾ ਕੋਈ ਮੁਕਾਬਲਾ ਨਹੀਂ ਸੀ, ਪਰ ਉਹਨਾਂ ਦੀ ਗੱਲ ਇਹ ਸੀ ਕਿ ਅਸੀਂ ਮਰਨ ਵਾਸਤੇ ਲੜਾਈ ਲੜ ਰਹੇ ਹਾਂ। ਅਤੇ ਇਸ ਕਰਕੇ ਉਹਨਾਂ ਨੂੰ ਇਹ ਆਸ ਨਹੀਂ ਸੀ, ਕਿਉਂਕਿ ਉਹਨਾਂ ਨੇ ਆਪਣੀ ਕੌਮ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਨੇ ਸੀਸ ਤਲੀ 'ਤੇ ਰੱਖ ਕੇ ਲੜਾਈ ਲੜੀ। ਇਸ ਕਰਕੇ ਫੌਜ ਨੂੰ ਜਿਹੜੀ ਆਸ ਨਹੀਂ ਸੀ ਉਹ ਕੁਛ ਵਾਪਰਿਆ। ਸੋ ਇਹ ਲੜਾਈ ਜਿਹੜੀ ਹੈ ਇੱਕ ਜਜ਼ਬਾਤਾਂ ਦੀ ਅਤੇ ਇੱਕ ਕਿਰਾਏ ਦੇ ਜਾਂ ਤਨਖਾਹਦਾਰ ਸਿਪਾਹੀਆਂ ਦੇ ਖਿਲਾਫ ਸੀ, ਵਿਚਕਾਰ ਸੀ, ਜਿਹਦੇ ਨਾਲ ਜਿਹੜੀ ਜਜ਼ਬਾਤ ਆ ਉਹ ਹਮੇਸ਼ਾ ਆਪਣੇ ਆਪ ਦੇ ਵਿੱਚ ਭਾਰੂ ਹੁੰਦੇ ਆ। ਇੱਕ ਗਿਣਤੀ ਕਿੰਨੀ ਕੁ ਸੀ ਟੈਂਕਾਂ ਦੀ? ਕਿਉਂਕਿ ਫੌਜ ਦੇ ਇੱਕ ਹੋਰ ਅਫਸਰ ਵੱਲੋਂ ਇਹ ਬਿਆਨ ਆਇਆ ਸੀ ਕਿ ਤਕਰੀਬਨ 80 ਦੇ ਕਰੀਬ ਜਿਹੜੇ ਗੋਲੇ ਆ ਉਹ ਦਰਬਾਰ ਸਾਹਿਬ ਉੱਤੇ ਦਾਗੇ ਗਏ ਨੇ। ਹਾਲਾਤਾਂ ਤੋਂ ਉਹਨਾਂ ਨੇ ਜਾਇਜ਼ਾ ਲਿਆ। ਗੋਲੇ ਦਰਬਾਰ ਸਾਹਿਬ ਤੇ ਨਹੀਂ ਲੱਗੇ, ਦਰਬਾਰ ਸਾਹਿਬ ਤੇ ਤਾਂ ਗੋਲੀਆਂ ਜਿਹੜੀਆਂ ਬਰਸਟ ਵੱਜੇ ਆ। ਅਕਾਲ ਤਖ਼ਤ ਸਾਹਿਬ ਨੂੰ ਢਾਇਆ ਗਿਆ। ਅਕਾਲ ਤਖ਼ਤ ਸਾਹਿਬ ਜਦੋਂ ਤੁਸੀਂ ਦੇਖੋ ਕਿ ਬੜੀ ਵੱਡੀ ਇੱਕ ਮਜ਼ਬੂਤ ਬਿਲਡਿੰਗ ਸੀ ਅਕਾਲ ਤਖ਼ਤ ਸਾਹਿਬ, ਉਸ ਅਕਾਲ ਤਖ਼ਤ ਨੂੰ ਢਾਉਣਾ ਬੜੇ ਮਤਲਬ ਵੱਡੇ, ਜਿਵੇਂ ਕਹਿੰਦੇ ਨੇ ਵੀ ਵੱਡੇ ਹਥਿਆਰ ਹੋਣੇ ਆ ਜਿਨ੍ਹਾਂ ਨਾਲ ਉਹ ਅਕਾਲ ਤਖ਼ਤ ਸਾਹਿਬ ਦੀ ਇਹ ਹਾਲਾਤ ਕੀਤੀ। ਤੁਸੀਂ ਤਸਵੀਰਾਂ ਨਹੀਂ ਦੇਖੀ ਆ ਵੀ ਉੱਥੇ ਜਿਹੜੇ ਟੈਂਕ ਸੀਗੇ, ਘੱਟੋ ਘੱਟ 8-10 ਟੈਂਕ ਤਾਂ ਅਸੀਂ ਆਪਦੀ ਅੱਖੀਂ ਲੰਘਦੇ ਦੇਖਿਆ, ਰਾਤ ਨੂੰ ਹਨੇਰੇ 'ਚ ਲੰਘੇ ਆ। ਕਈ ਵਾਰੀ ਇਹ ਗਿਣਤੀ ਨਹੀਂ ਹੋ ਸਕਦੀ, ਪਰ ਇਸ ਤਰ੍ਹਾਂ ਦੇ 12-14 ਟੈਂਕ ਜਿਹੜੇ ਆ ਉਹ ਜਿਹੜੇ ਆ ਪ੍ਰਕਰਮਾਂ ਵਿੱਚ ਗਏ ਆ ਸਰਾਵਾਂ ਦੇ ਜਿਹੜੇ ਰਸਤੇ ਤੋਂ ਹੁੰਦੇ ਹੋਏ। ਫਿਰ ਅਸੀਂ ਗੱਲ ਕਰਾਂਗੇ
ਤੁਹਾਡੀ 7 ਜੂਨ ਨੂੰ ਹੋਈ ਗ੍ਰਿਫਤਾਰੀ ਦੀ। ਉਸ ਤੋਂ ਬਾਅਦ ਤੁਹਾਨੂੰ ਲੈ ਕੇ ਜਾਇਆ ਗਿਆ ਕੰਟੋਨਮੈਂਟ ਦੇ ਵਿੱਚ, ਛਾਉਣੀ ਦੇ ਵਿੱਚ। 8 ਜੂਨ ਦਾ ਜਿਹੜਾ ਵਾਕਿਆ ਉਹਦੇ ਬਾਰੇ ਸਾਨੂੰ ਜ਼ਰਾ ਦੱਸੋ। ਤੁਹਾਡੇ ਨਾਲ ਹੋਰ ਕੌਣ ਅਰੈਸਟ ਹੋਏ? ਬੜਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾਂ ਇੱਥੇ ਮੰਨ ਲਓ ਗੁਰਚਰਨ ਸਿੰਘ ਟੌੜਾ ਜਾਂ ਹਰਚੰਦ ਸਿੰਘ ਲੌਂਗੋਵਾਲ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਸੀਗੇ ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੀਗੇ ਉਹ ਕੀਤਾ ਗਿਆ, ਪਰ ਉਹ ਸਾਡੇ ਨਾਲ ਉਹਨਾਂ ਨੂੰ ਨਹੀਂ ਰੱਖਿਆ ਗਿਆ, ਉਹਨਾਂ ਨੂੰ ਕਿਸੇ ਹੋਰ ਥਾਂ ਤੇ ਰੱਖਿਆ ਗਿਆ। ਪਤਾ ਲੱਗਾ ਕਿ ਰੈਸਟ ਹਾਊਸ ਵਿੱਚ ਜਾਂ ਕਿਸੇ ਲੈ ਕੇ ਗਏ। ਜਿਹੜਾ ਇਹ ਉੱਥੇ ਜਿਹੜੇ ਵੱਖਰੀ ਤਰ੍ਹਾਂ ਦਾ ਟ੍ਰੀਟਮੈਂਟ ਉਹਨਾਂ ਨੂੰ ਦਿੱਤਾ ਗਿਆ। ਜਿਹੜੇ ਅਸੀਂ ਜਿੰਨੇ ਸਾਰੇ ਬਾਕੀ ਗ੍ਰਿਫਤਾਰ ਕੀਤੇ ਗਏ ਉਹਦੇ ਵਿੱਚ ਕਰੀਬ ਮਤਲਬ ਮੈਨੂੰ ਲੱਗਦਾ ਵੀ 4 ਜਾਂ 5 ਹਜ਼ਾਰ ਦੇ ਕਰੀਬ ਉਹ ਲੋਕ ਸੀ। ਬਹੁਤ ਮਾੜਾ ਸਮਾਂ ਸੀ, ਇੰਨੀ ਭਿਆਨਕ ਗਰਮੀ ਸੀ, ਨਾ ਸਕੂਲ ਵਿੱਚ ਪਾਣੀ ਸੀ, ਨਾ ਕੋਈ ਹੋਰ ਰਹਿਣ ਦਾ ਪ੍ਰਬੰਧ ਸੀ, ਨਾ ਬਹਿਣ ਦਾ ਪ੍ਰਬੰਧ ਸੀ। ਕਮਰਿਆਂ ਦੇ ਵਿੱਚ ਉਹਨਾਂ ਨੇ ਸਾਨੂੰ ਬੰਦ ਕਰ ਦਿੱਤਾ। ਇੱਥੋਂ ਤੱਕ ਕਿ ਉਹ ਕੁਛ ਜਿਹੜੇ ਸਾਡੇ ਨਾਲੋਂ ਵੱਖਰੇ, ਜਿਹਨੂੰ ਕੋਤਗਾਰਦ ਕਹਿੰਦੇ ਆ, ਜਿਹਦੇ ਵਿੱਚ ਫੌਜ ਹਥਿਆਰ ਰੱਖਦੀ ਆ, ਉਹਨੂੰ ਕੋਤਗਾਰਦ ਕਹਿੰਦੇ। ਉਹਨਾਂ 'ਚ ਰੋਸ਼ਨਦਾਨ ਵੀ ਨਹੀਂ ਹੁੰਦਾ, ਲੋਹੇ ਦੇ ਦਰਵਾਜ਼ੇ ਹੁੰਦੇ ਆ, ਉਹਨਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਜੀ। ਇਸ ਤਰ੍ਹਾਂ ਦੀ ਵੀ ਗੱਲ ਹੋਈ ਕਿ ਬਹੁਤ ਜ਼ਿਆਦਾ ਅੰਦਰ ਜਦੋਂ ਗਰਮੀ ਹੁਮਸ ਹੋ ਗਈ ਤਾਂ ਉਹਨਾਂ ਨੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਸਾਡੇ ਵਿੱਚੋਂ ਕੁਛ ਲੋਕ ਸੀ, ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਹੱਲਾ ਹੋ ਗਿਆ ਤੇ ਉਹਨਾਂ ਨੇ ਉਹਨੂੰ ਜਦੋਂ ਬਾਹਰ ਨਿਕਲੇ ਤੇ ਫੌਜ ਨੇ ਉਹਨਾਂ 'ਤੇ ਗੋਲੀਆਂ ਚਲਾਤੀਆਂ। ਇਹ ਉਸ ਫੌਜੀ ਕੈਂਪ ਦੇ ਹਾਲਾਤ ਨੇ। ਸੋ ਬੱਚਿਆਂ ਦੀ ਬਹੁਤ ਮਾੜੀ ਹਾਲਤ ਸੀ। ਮੈਂ ਤੁਹਾਨੂੰ ਦੱਸਿਆ ਵੀ ਖਾਣਾ ਤਾਂ ਦੂਰ ਦੀ ਗੱਲ ਆ, ਪਾਣੀ ਵੀ ਨਹੀਂ ਸੀ ਮਿਲ ਰਿਹਾ। ਸੋ ਬਹੁਤ ਮਾੜਾ ਇਹ ਹਾਲਾਤ ਸੀ। ਇੱਕ ਆਪਾਂ ਗੱਲ ਕਰਦੇ ਹਾਂ ਕਿ ਦੂਸਰੇ ਦੇਸ਼ ਦੇ ਫੌਜੀਆਂ ਨਾਲ ਵੀ ਸ਼ਾਇਦ ਇਹਦੋਂ ਚੰਗਾ ਵਿਹਾਰ ਹੁੰਦਾ ਹੋਵੇ, ਜਿਹੜਾ ਵਿਹਾਰ ਉਹਨਾਂ ਨੇ ਆਪਣੇ ਦੇਸ਼ ਦੇ ਫੌਜ ਨੇ ਆਪਦੇ ਨਾਗਰਿਕਾਂ ਨਾਲ ਜੋ ਕੁਛ ਕੀਤਾ। ਹਾਲਾਂਕਿ ਉਹ ਸਾਰੇ ਲੋਕ ਲੜਾਈ ਲੜਨ ਵਾਲੇ ਨਹੀਂ ਸੀ, ਉਹ ਤਾਂ ਸ਼ਰਧਾਲੂ ਲੋਕ ਸੀ ਜਿਹੜੇ ਉੱਥੇ ਪਹੁੰਚੇ ਸੀ। ਪਰ ਬਹੁਤ ਮਾੜਾ ਇੱਕ ਜਿਹੜਾ ਵਤੀਰਾ ਉਸ ਫੌਜ ਦਾ ਤੇ ਹਿੰਦੁਸਤਾਨ ਦੀ ਸਰਕਾਰ ਦਾ ਦੇਖਣ ਨੂੰ ਮਿਲਿਆ। ਹੁਣ ਅਸੀਂ ਇਸ ਮੁੱਦੇ ਤੋਂ ਪਲਟਦੇ ਹਾਂ, ਗੱਲ ਕਰਦੇ ਹਾਂ ਤਾਜ਼ਾ ਹਾਲਾਤਾਂ ਦੀ। ਮੇਘਾਲਿਆ ਦੇ ਵਿੱਚ, ਸ਼ਿਲੌਂਗ ਦੇ ਵਿੱਚ ਜਿਹੜਾ ਸਿੱਖਾਂ ਦੀ ਬਸਤੀ ਦੇ ਉੱਤੇ ਹਮਲਾ ਕੀਤਾ ਗਿਆ, ਸਿੱਖ ਭਾਈਚਾਰੇ ਦੇ ਅੰਦਰ ਰੋਸ ਫੈਲਿਆ ਹੋਇਆ ਤੇ ਪੂਰੇ ਮੁਲਕ ਦੇ ਵਿੱਚ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚੀ ਆ। ਇਸ ਪੂਰੇ ਘਟਨਾਕ੍ਰਮ ਦੇ ਉੱਤੇ ਤੁਹਾਡੀ ਕੀ ਰਾਏ ਹੈ? ਮੈਂ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਸਭ ਤੋਂ ਪਹਿਲਾਂ ਦੋਸ਼ੀ ਸਮਝਦਾ ਕਿ ਕਾਂਗਰਸ ਨੂੰ, ਉਸ ਤੋਂ ਬਾਅਦ ਦੋਸ਼ੀ ਸਮਝਦਾ ਅੱਜ ਕੋਈ ਮੋਦੀ ਸਰਕਾਰ ਨੂੰ। ਇਹ ਵੀ ਕੋਈ ਘੱਟ ਨਹੀਂ ਹੈਗੇ। ਦੇਖੋ, ਕੋਈ ਗੱਲ ਸੁਣੀ ਆ, ਮੈਂ ਸੁਣਨ ਵਿੱਚ ਵੀ ਆਉਂਦੀ ਆ, ਤੁਸੀਂ ਵੀ ਸੁਣੀ ਹੋਣੀ ਆ, ਕਿ ਕਹਿੰਦੇ ਹੁੰਦੇ ਸੀ ਕਿ ਇੱਕ ਵਾਰੀ ਅਮਿਤਾਭ ਬੱਚਨ ਦਾ ਮੈਂ ਬਿਆਨ ਸੁਣਿਆ ਕਿ ਉਹਨੇ ਕਿਹਾ, ਮੇਰੇ ਪਿਓ ਨੇ ਕਿਹਾ ਵੀ ਬੰਬੇ ਜਾਏਗਾ, ਜੇ ਤੈਨੂੰ ਕੋਈ ਡਰ ਲੱਗੇ ਤਾਂ ਉਹ ਟੈਕਸੀ ਕੋਲ ਜਾਈ ਜਿਹੜਾ ਸਰਦਾਰ ਚਲਾਉਂਦਾ ਹੋਵੇ। ਇਹ ਇਕੱਲਾ ਇੱਥੋਂ ਦਾ ਨਹੀਂ, ਦੁਨੀਆ ਹਿੰਦੁਸਤਾਨ ਦੇ ਅੰਦਰ ਹਰ ਥਾਂ 'ਤੇ ਸਰਦਾਰ ਦਾ ਬੜਾ ਸਤਿਕਾਰ ਸੀਗਾ। ਇਹ ਜਿਹੜਾ 84 ਦਾ ਮੰਜ਼ਰ ਵਾਪਰਿਆ, ਜੂਨ 84 ਤੋਂ ਬਾਅਦ ਨਵੰਬਰ ਜਿਹੜਾ 84 ਆਇਆ, ਜਦੋਂ ਸਿੱਖਾਂ ਦਾ ਕਤਲੇਆਮ ਕੀਤਾ, ਉਸ ਤੋਂ ਬਾਅਦ ਸਿੱਖਾਂ ਦੀ ਛਵੀ ਨੂੰ ਵੱਡੇ ਪੱਧਰ 'ਤੇ ਜਿਹੜਾ ਕਿ ਉਹ ਦਾਗਦਾਰ ਕੀਤਾ ਗਿਆ, ਉਹਨਾਂ ਨੂੰ ਬਦਨਾਮ ਕੀਤਾ ਗਿਆ, ਉਹਨਾਂ ਦੇ ਖਿਲਾਫ ਮਾਹੌਲ ਪੈਦਾ ਕੀਤਾ ਗਿਆ। ਉਹ ਕਾਰਨ ਬਣਨ ਤੋਂ ਬਾਅਦ ਹਿੰਦੁਸਤਾਨ ਦੇ ਅੰਦਰ ਵੀ ਦੇਖੋ ਸਿੱਖਾਂ ਦੀ ਰੋਲ ਨੂੰ ਬਿਲਕੁਲ ਮਾਈਨਸ ਨਹੀਂ, ਜੇ ਸਿੱਖਾਂ ਦਾ ਉਹਨੂੰ ਮਾਈਨਸ ਕਰ ਦਈਏ ਤਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਕੁਛ ਨਹੀਂ ਰਹਿ ਜਾਂਦਾ। ਬਿਲਕੁਲ ਠੀਕ ਹੈ ਨਾ। ਸਿਰਫ ਨਾਮ ਦੇ ਲੀਡਰ ਹੋ ਸਕਦੇ ਆ। ਮਹਾਤਮਾ ਗਾਂਧੀ ਦਾ ਡਾਂਡੀ ਮਾਰਚ ਕਿਤੇ ਆਜ਼ਾਦੀ ਦਵਾ ਸਕਦਾ, ਮਹਾਤਮਾ ਗਾਂਧੀ ਦਾ ਚਰਖਾ ਕਿਤੇ ਆਜ਼ਾਦੀ ਦਵਾ ਸਕਦਾ, ਜਾਂ ਨਹਿਰੂ ਦਾ ਜਿਹੜੇ ਉਸ ਸਮੇਂ ਦੇ ਰੋਲ ਆ ਉਹ ਆਜ਼ਾਦੀ ਨਹੀਂ ਦਵਾ ਸਕਦੇ। ਆਜ਼ਾਦੀ ਤਾਂ ਮਰਜੀ ਵੜਿਆਂ ਨੇ ਦਵਾਈ। ਊਧਮ ਸਿੰਘ ਨੇ, ਭਗਤ ਸਿੰਘ ਨੇ, ਹੋਰ ਵੀ ਜਿੰਨੇ ਜਿਹੜੇ ਸਿੱਖ ਯੋਧੇ ਸੀ, ਗਦਰੀ ਬਾਬੇ ਸੀ ਜਾਂ ਬਜਬਜ ਘਾਟ ਦੇ ਸ਼ਹੀਦ ਸੀ, ਉਹਨਾਂ ਨੂੰ ਆਪਾਂ ਗਿਣਤੀ 'ਚ ਲਈਏ, ਉਹਨਾਂ ਦੇ ਕਰਕੇ ਹੀ ਸਾਰੀ ਆਜ਼ਾਦੀ ਆਈ ਆ। ਸੋ ਇਹ ਜਿਹੜੀ ਗੱਲ ਹੈ ਕਿ ਸਿੱਖਾਂ ਦਾ ਬੜਾ ਵੱਡਾ ਸਤਿਕਾਰ ਸੀ, ਕਿਉਂਕਿ ਕਿਰਦਾਰ ਬਹੁਤ ਵੱਡਾ ਸੀ। ਸੰਵਿਧਾਨ ਬਹੁਤ ਵੱਡਾ ਵਾ ਗੁਰੂ ਨੇ ਸਾਨੂੰ ਦਿੱਤਾ, ਪਰ ਉਹਨੂੰ ਡਾਊਨ ਕੀਤਾ ਗਿਆ। ਇਸ ਕਾਰਨ ਕਰਕੇ ਸਾਰਾ ਕੁਛ ਇਹ ਵਾਪਰਿਆ। ਤੇ ਅੱਜ ਵੀ ਅਸੀਂ ਦੇਖਦੇ ਹਾਂ ਕਿ ਕਈ ਥਾਵਾਂ ਦੇ ਉੱਤੇ ਸਿੱਖਾਂ ਨਾਲ ਹਮਲੇ ਹੁੰਦੇ ਆ। ਇਹ ਸ਼ਿਲੌਂਗ ਦੇ ਵਿੱਚ ਹੋਇਆ, ਇਹ ਵੀ ਉਸੇ ਗੱਲ ਦਾ ਇੱਕ ਘਟਨਾਕ੍ਰਮ ਹੈ ਕਿ ਸਿੱਖਾਂ ਨੂੰ ਨਫ਼ਰਤ ਦੇ ਤੌਰ 'ਤੇ ਦੇਖਿਆ ਜਾਂਦਾ। ਸੋ ਇਹ ਮੈਂ ਸਮਝਦਾ ਕਿ ਇਹ ਮੁੱਢ ਜਿਹੜਾ ਕਾਂਗਰਸ ਨੇ ਤੋਰਿਆ, ਤੇ ਅੱਜ ਵੀ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਇਹ ਚਾਹੁੰਦੀ ਆ ਕਿ ਸਿੱਖਾਂ ਨੂੰ ਕਿੱਸਾਧਾਰੀ ਹਿੰਦੂ ਪ੍ਰਚਾਰ ਕੇ ਉਹ ਇਹ ਗੱਲ ਚਾਹੁੰਦੀ ਆ ਕਿ ਸਾਡੇ ਨਾਲ ਜੁੜੇ ਰਹਿਣ। ਹਾਲਾਂਕਿ ਇਹ ਗੱਲ ਉਹਨਾਂ ਵਾਸਤੇ ਗਲਤ ਹੈ, ਉਹਨਾਂ ਨੂੰ ਇਸ ਰਾਹ ਨਹੀਂ ਪਾਉਣਾ ਚਾਹੀਦਾ। ਸਿੱਖ ਇੱਕ ਵੱਖਰੀ ਕੌਮ ਹੈ, ਵੱਖਰਾ ਸਿਧਾਂਤ ਹੈ, ਵੱਖਰਾ ਸੰਵਿਧਾਨ ਹੈ। ਸਿੱਖਾਂ ਨੂੰ ਇਹ ਗੱਲ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਸਾਡੇ ਨਾਲ ਆਓ। ਸਿੱਖਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਪਹਿਲਾਂ ਵੀ ਲੜਾਈ ਲੜੀ ਆ, ਅੱਜ ਵੀ ਲੜ ਰਹੇ ਆ। ਜਿੱਥੇ ਵੀ ਜ਼ਬਰ ਹੋਊਗਾ, ਜ਼ੁਲਮ ਹੋਊਗਾ, ਸਿੱਖਾਂ ਨੇ ਆਪਣੇ ਤੌਰ 'ਤੇ ਹੀ ਉਸ ਗੱਲ ਦੇ ਖਿਲਾਫ ਖੜਨਾ ਹੈ। ਅਤੇ ਸਿੱਖਾਂ ਦੇ ਜਜ਼ਬਾਤਾਂ ਨਾਲ ਨਾ ਖੇਡਿਆ ਜਾਵੇ, ਸਿੱਖਾਂ ਦੀ ਹੋਂਦ ਨੂੰ ਚੈਲੰਜ ਨਾ ਕੀਤਾ ਜਾਵੇ। ਇਹ ਚੀਜ਼ਾਂ ਸਿੱਖਾਂ ਦੀ ਹੋਂਦ ਨੂੰ ਚੈਲੰਜ ਆ, ਤਾਂ ਹੀ ਇਹੋ ਜਿਹਾ ਕੁਛ ਵਾਪਰਦਾ। ਸੋ ਇਹਦੇ ਵਿੱਚ ਮੈਂ ਸਮਝਦਾ ਕਿ ਸਮੇਂ ਦੀਆਂ ਸਾਰੀਆਂ ਹੀ ਸਰਕਾਰਾਂ ਨੇ ਆਪਣਾ ਕੋਈ ਚੰਗਾ ਰੋਲ ਅਦਾ ਨਹੀਂ ਕੀਤਾ, ਜਿਹਦਾ ਕਿ ਸਿੱਖ ਅੱਜ ਇਹ ਜਿਹੜਾ ਭੁਗਤਾਨ ਭੁਗਤ ਰਿਹਾ। ਇੱਕ ਆਖਰੀ ਸਵਾਲ, ਜਿਹੜਾ ਲੰਗਰ ਦੇ ਉੱਤੇ GST ਲਗਾਉਣ ਦਾ, ਕੇਂਦਰ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਲੰਗਰ ਦੇ ਉੱਤੋਂ GST ਮੁਕੰਮਲ ਰੂਪ ਦੇ ਵਿੱਚ ਹਟਾ ਦਿੱਤਾ ਗਿਆ, ਪਰ ਸਿੱਖ ਜਥੇਬੰਦੀਆਂ, ਜਿਵੇਂ ਕੱਲ੍ਹ ਵੀ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹੋਇਆ ਇਸ ਦੇ ਖਿਲਾਫ, ਕਿ
ਉਹ ਨਹੀਂ ਹਟਾਇਆ ਗਿਆ। ਇਹ ਸਿੱਖਾਂ ਨੂੰ ਸਿਰਫ ਭੰਬਲ ਭੂਸੇ ਦੇ ਵਿੱਚ ਪਾਇਆ ਗਿਆ, ਪਰ GST ਨਹੀਂ ਹਟਾਇਆ ਗਿਆ। ਇਹਦੇ ਬਾਰੇ ਜਰਾ ਸਾਨੂੰ ਖੁੱਲ੍ਹ ਕੇ ਦੱਸੋ। ਦੇਖੋ, ਇਹ ਗੱਲ ਪਿਛਲੇ ਦਿਨਾਂ 'ਚ ਇੱਕ ਤੁਹਾਡੇ ਵਾਂਗੂ ਹੀ ਇੱਕ TV ਚੈਨਲ 'ਤੇ ਇੱਕ ਡਿਬੇਟ ਸੀ, ਅਤੇ ਮੇਰੇ ਨਾਲ ਪੈਨਲਿਸਟ BJP ਦੇ ਇੱਕ ਆਗੂ ਬੈਠੇ ਸਨ। ਬੜੀ ਸੋਹਣੀ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਇਸ ਗੱਲ ਨੂੰ ਪੂਰਨ ਤੌਰ 'ਤੇ ਰੱਦ ਕੀਤਾ ਕਿ ਲੰਗਰ 'ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਹੋਣਾ ਚਾਹੀਦਾ। ਪਿਛਲੇ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ ਸੀ, ਤਾਂ ਉਹਨਾਂ ਨੇ ਪੂਰਾ ਵੈਟ ਮੁਕਤ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜੀ ਸੈਂਟਰ ਦੀ ਸਰਕਾਰ ਆਈ, ਇਹਨੇ ਜਿਹੜਾ GST ਲਾਇਆ, GST ਦੇ ਅੰਡਰ ਇਹ ਆ ਗਿਆ। ਸੋ ਉਹ ਅਕਾਲੀ ਦਲ ਭਾਈਵਾਲ ਆ, ਮੈਂ ਵੀ ਕਿਸੇ ਢੰਗ ਨਾਲ ਅਕਾਲੀ ਦਲ ਨਾਲ ਸੰਬੰਧਿਤ ਹਾਂ, ਅਤੇ ਉਹ ਅਕਾਲੀ ਦਲ ਨੇ ਇਸ ਗੱਲ ਦੀ ਆਵਾਜ਼ ਉਠਾਈ। ਉੱਥੇ ਜਿਹੜੇ ਮੰਤਰੀ ਆ ਵੀ ਬਾਹਰ ਸਿਮਰਤ, ਉਹਨਾਂ ਨੇ ਇਸ ਗੱਲ ਦੀ ਆਵਾਜ਼ ਉਠਾਈ। ਅਸੀਂ ਆਪਣੇ ਵਜੂਦ ਮੁਤਾਬਕ ਹੀ ਆਵਾਜ਼ ਉਠਾ ਸਕਦੇ ਹਾਂ। ਜੇ ਅਸੀਂ ਅੱਜ ਕਹਿੰਦੇ ਹਾਂ ਵੀ ਅਸੀਂ ਬਿਲਕੁਲ ਅਸੀਂ ਇਸ ਨੂੰ ਇੱਦਾਂ ਕਰਦੇ ਹਾਂ ਆਪਦੇ ਵਜੂਦ ਅਗਰ ਆਵਾਜ਼ ਉਠਾਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕੀਤੀ, ਤਾਂ ਉਹਨਾਂ ਨੇ ਜਿਹੜਾ ਇਹ ਫੈਸਲਾ ਕੀਤਾ, ਭਾਵੇਂ ਇਹ ਗੱਲ ਠੀਕ ਹੈ ਕਿ ਸਾਨੂੰ ਜਿਹੜਾ ਲੱਗਾ GST ਆ ਉਹ ਮੁਕੰਮਲ ਤੌਰ 'ਤੇ ਖਤਮ ਕਰ ਦਿੱਤਾ ਗਿਆ, ਖਤਮ ਕਰਤਾ, ਕਿਉਂਕਿ ਸਾਡਾ GST ਜੇ ਉਹਨਾਂ ਨੇ ਆਪਦਾ ਫੰਡ ਜਿਹੜਾ 325 ਕਰੋੜ ਰੱਖਿਆ, ਜਿਹੜਾ ਉਹਨਾਂ ਨੇ ਮਾਫ ਕਰਨਾ, ਅਤੇ ਸਾਡੇ ਕੋਲ ਤਾਂ ਸਾਡਾ ਤਾਂ GST ਲੰਗਰ ਦਾ ਕੋਈ 9-10 ਕਰੋੜ ਹੀ ਬਣਦਾ। ਪਰ ਭਾਵੇਂ ਕਿ ਇੱਕ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ GST ਛੱਡਣ ਨਾਲ ਜਾਂ GST ਨਾ ਲਾਉਣ ਨਾਲ ਲੰਗਰ 'ਤੇ ਕੋਈ ਫਰਕ ਨਹੀਂ ਪੈਣਾ। ਜਿੰਨਾ GST ਲੱਗਾ, ਇਸ ਤੋਂ 4 ਗੁਣਾ ਵੀ ਲੱਗ ਜੇ ਤਾਂ ਲੰਗਰ ਗੁਰੂ ਦਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਸਿੱਖਾਂ ਕੋਲੇ ਇਹਨਾਂ ਕੋ ਆਪਣੇ ਆਪ ਦੇ ਵਿੱਚ ਸਮਰੱਥਾ ਹੈਗੀ ਆ ਕਿ ਉਹ ਬਾਬੇ ਨਾਨਕ ਦਾ ਜਿਹੜਾ ਪਰੰਪਰਾ ਚਲਾਈ ਆ ਉਹ ਚੱਲਦੀ ਰਹੂਗੀ। ਇਹ ਇਕੱਲੀ ਪਰੰਪਰਾ ਹਰਿਮੰਦਰ ਸਾਹਿਬ ਨਹੀਂ ਹੈਗੀ, ਇਹ ਸਾਰੇ ਗੁਰਦੁਆਰਿਆਂ 'ਚ ਆ। ਇਹ ਬਾਰਡਰ ਟੱਪ ਕੇ ਬੰਗਲਾਦੇਸ਼ 'ਚ ਵੀ ਚਲੀ ਜਾਂਦੀ ਆ, ਇਹ ਸੀਰੀਆ ਦੇ ਬਾਰਡਰ 'ਤੇ ਵੀ ਚਲੀ ਜਾਂਦੀ ਆ। ਇਹ ਜਿੱਥੇ ਵੀ ਕਿਤੇ ਭੁਜ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਵੀ ਕਿਤੇ ਲੋੜਵੰਦ ਲੋਕ ਨੇ, ਇਹ ਜਿਹੜੀ ਪਰੰਪਰਾ ਉੱਥੇ ਜਾਂਦੀ ਆ। ਇਹ ਮਸਲਾ GST ਹਟਾਉਣ ਦਾ ਨਹੀਂ, ਮਸਲਾ ਕਿ ਸਮੇਂ ਦੀ ਸਰਕਾਰ ਨੇ ਲੰਗਰ ਦੇ ਪ੍ਰਤੀ ਆਪਣਾ ਰਵੱਈਆ ਕਿਸ ਤਰ੍ਹਾਂ ਦਾ ਅਖਤਿਆਰ ਕੀਤਾ। ਸੋ ਅਸੀਂ ਇਹ ਗੱਲ ਕੀਤੀ ਆ ਕਿ ਜਿਹੜੇ ਪੁਆਇੰਟ ਸਾਡੇ ਸਾਹਮਣੇ ਆਏ ਆ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਇੱਕ ਪੱਤਰ ਲਿਖਿਆ, ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਗੱਲ ਕਹੀ ਆ ਕਿ ਇਹ ਜਿਹੜਾ ਤੁਸੀਂ ਮਾਫ ਕੀਤਾ, ਇਸ ਗੱਲ ਲਈ ਅਸੀਂ ਧੰਨਵਾਦੀ ਹਾਂ, ਪਰ ਇਹਦੇ ਵਿੱਚ ਜਿਹੜੀ ਗੱਲ ਭਾਵਨਾ ਤੌਰ 'ਤੇ ਸਿੱਖਾਂ ਨੂੰ ਇਤਰਾਜ਼ ਆ, ਉਹਨਾਂ ਨੂੰ ਦੁਬਾਰਾ ਸੋਧ ਕਰ ਦਿੱਤੀ ਜਾਵੇ। ਸੋ ਇਸ ਗੱਲ ਲਈ ਲੜਾਈ ਜਿਹੜੀ ਅਸੀਂ ਖਤਮ ਨਹੀਂ ਕੀਤੀ, ਇਸ ਗੱਲ ਦੀ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜਦੀ ਰਹੂਗੀ, ਕਿਉਂਕਿ ਅਸੀਂ ਭੀਖ ਨਹੀਂ ਮੰਗ ਰਹੇ ਜਾਂ ਕੋਈ ਹੱਕ ਨਹੀਂ ਮੰਗ ਰਹੇ। ਇਹ ਤਾਂ ਸਤਿਕਾਰ ਹੈ ਲੰਗਰ ਦਾ, ਜੇ ਕਿਸੇ ਨੇ ਕਰਨਾ ਤਾਂ ਕਰੇ, ਨਹੀਂ ਕਰਨਾ ਨਾ ਕਰੇ। ਇਹ ਸੰਗਤ ਇਸ ਗੱਲ ਦਾ ਜਵਾਬ ਸਮੇਂ ਆਉਣ 'ਤੇ ਦੇ ਦੇਵੇਗੀ। ਸਿੱਖ ਪੰਥ ਦੇ ਨਾਲ ਜੁੜੇ ਤਮਾਮ ਮੁੱਦਿਆਂ ਬਾਰੇ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਕਿਸੇ ਹੋਰ ਮੰਚ ਤੋਂ, ਅਤੇ ਮੈਂ ਧੰਨਵਾਦ ਕਰਾਂਗਾ ਗਰੇਵਾਲ ਤੁਹਾਡੇ ਨਾਲ ਜੁੜਨ ਦੇ ਉੱਤੇ। ਅਸੀਂ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।